ਨਵੀਂ ਐਸਆਈਟੀ ਨੇ ਆਪਣੀ ਜਾਂਚ ਦੇ ਵਿੱਚ ਵੱਖ-ਵੱਖ ਡੇਰਾ ਪ੍ਰੇਮੀਆਂ ਦੀ ਭੂਮਿਕਾ ਨੂੰ ਕੀਤਾ ਉਜਾਗਰ। ਇੱਕ ਦੇ ਐਕਸ਼ਨ ਪਲਾਨ ਦਾ ਦਿੱਤਾ ਬਿਊਰਾ। ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਨੂੰ ਦੱਸਿਆ ਸਰਜੀਕਲ ਸਟ੍ਰਾਈਕ। ਕਲੇਸ਼ ਦੇ ਵਿਚਾਲੇ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ੀਰਾਂ ਨਾਲ ਕੀਤੀ ਗੱਲਬਾਤ। ਪਰ 1 ਘੰਟੇ ਤੋਂ ਵੀ ਘੱਟ ਸਮੇਂ ਤੱਕ ਚੱਲੀ ਬੈਠਕ। ਮਲੇਰਕੋਟਲੇ ਨੂੰ 23ਵੇਂ ਜ਼ਿਲ੍ਹੇ ਵਜੋਂ ਦਿੱਤੀ ਗਈ ਰਸਮੀ ਪ੍ਰਬੰਧ। ਕਾਂਗਰਸ ਦੀ ਖਾਨਾ ਜੰਗੀ ਦੇ ਵਿਚਾਲੇ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲੱਗੀ ਕੈਪਟਨ ਸਰਕਾਰ। ਵਿਧਾਇਕ ਫਤਿਹ ਚੰਦ ਬਾਜਵਾ ਤੇ ਰਾਕੇਸ਼ ਪਾਂਡੇ ਦੇ ਬੇਟੇ ਨੂੰ ਸਰਕਾਰੀ ਨੌਕਰੀ ਦੇਣ ਦੀ ਤਿਆਰੀ। ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦੇਣ ਦੀ ਚਰਚਾ ਦੇ ਵਿਚਾਲੇ ਰਾਜਕੁਮਾਰ ਵੇਰਕਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ। ਦਲਿਤਾਂ ਦੇ ਲਈ ਮੰਗੀਆਂ 30,000 ਨੌਕਰੀਆਂ। ਪੰਜਾਬ ਕਾਂਗਰਸ ਦੇ ਕਲੇਸ਼ ਨਿਬੇੜਨ ਦੇ ਲਈ ਕਾਂਗਰਸ ਦਾ ਮੈਰਾਥਨ ਮੰਥਨ ਜਾਰੀ। ਤੀਜੇ ਦਿਨ ਵੀ ਦਿੱਲੀ ਹਾਈ ਕਮਾਨ ਦੀ ਕਮੇਟੀ ਦੀ ਬੈਠਕ। ਕਈ ਵਿਧਾਇਕ ਪਹੁੰਚੇ। ਸ਼ਾਮ ਨੂੰ ਪ੍ਰਤਾਪ ਬਾਜਵਾ ਰੱਖਣਗੇ ਆਪਣਾ ਪੱਖ। ਨਵਜੋਤ ਸਿੰਘ ਸਿੱਧੂ ਤੇ ਸਨੀ ਦਿਓਲ ਦੇ ਲੱਗੇ ਗੁੰਮਸ਼ੁਦਗੀ ਦੇ ਪੋਸਟਰ। ਅੰਮ੍ਰਿਤਸਰ ਦੇ ਵਿੱਚ ਐਨਜੀਓ ਤੇ ਗੁਰਦਾਸਪੁਰ ਦੇ ਵਿੱਚ ਯੂਥ ਕਾਂਗਰਸੀਆਂ ਨੇ ਲਗਾਏ ਪੋਸਟਰ। ਟੋਹਾਣਾ ਦੇ ਵਿੱਚ ਅੱਜ ਫਿਰ ਐਮਐਲਏ ਦਵਿੰਦਰ ਬੱਬਲੀ ਦੇ ਖਿਲਾਫ ਇਕੱਠੇ ਹੋਏ ਕਿਸਾਨ। ਪੱਕਾ ਮੋਰਚਾ ਲਗਾਉਣ ਦੀ ਤਿਆਰੀ। ਕਿਸਾਨ ਬੋਲੇ ਗਾਲੀ ਗਲੋਚ ਕਰਨ ਲਈ ਮਾਫੀ ਮੰਗੇ ਵਿਧਾਇਕ। ਕੱਲ ਵਿਧਾਇਕ ਨੇ ਕਿਸਾਨਾਂ ਦੇ ਨਾਲ ਕੀਤੀ ਸੀ ਗਾਲੀ ਗਲੋਚ। ਬੇਅਦਬੀ ਮਾਮਲੇ ਦੇ ਵਿੱਚ ਨਵੀਂ ਐਸਆਈਟੀ ਨੇ ਵੱਡਾ ਖੁਲਾਸਾ ਕੀਤਾ ਹੈ। ਐਸਆਈਟੀ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਡੇਰਾ ਮੁਖੀ ਦੇ ਅਪਮਾਨ ਦਾ ਬਦਲਾ ਲੈਣ ਦੇ ਲਈ ਬੇਅਦਬੀ ਕੀਤੀ ਸੀ। ਪਹਿਲੀ ਐਸਆਈਟੀ ਨੇ ਵੀ ਅਜਿਹੀ ਤੱਥ ਸਾਹਮਣੇ ਲਿਆਂਦੇ ਸਨ। ਨਵੀਂ ਐਸਆਈਟੀ ਨੇ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ। ਬੇਅਦਬੀ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਹਿਲਾਂ ਹੋਈ ਜਾਂਚ ਵੀ ਇਹਨਾਂ ਮੁਲਜ਼ਮਾਂ ਦੇ ਨਾਮ ਹੀ ਸਾਹਮਣੇ ਆਏ ਸਨ, ਪਰ ਮੁਲਜ਼ਮਾਂ ਨੂੰ ਅੱਜ ਤੱਕ ਸਜ਼ਾ ਨਹੀਂ ਦਿੱਤੀ ਗਈ। ਸਿੱਧੂ ਨੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਤੇ ਕਿਹਾ ਕਿ ਬੇਅਦਬੀ ਘਟਨਾ ਦੇ 6 ਸਾਲ ਬਾਅਦ ਵੀ ਸੰਗਤ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ। ਇਨਸਾਫ ਨਾ ਮਿਲਣ ਕਾਰਨ ਸੰਗਤ ਗੁੱਸੇ ਵਿੱਚ ਹੈ। ਉਹਨਾਂ ਸੰਗਤ ਨੂੰ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਪੰਜਾਬ ਕੈਬਨਿਟ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। 3 ਸਬ ਡਿਵੀਜ਼ਨਾਂ ਨੂੰ ਮਲੇਰਕੋਟਲਾ ਦੇ ਨਾਲ ਜੋੜਿਆ ਜਾਵੇਗਾ। ਸਿਰਫ 1 ਘੰਟਾ ਚੱਲੀ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼ਾਮਲ ਹੋਏ। ਕਾਂਗਰਸ ਦੀ ਖਾਨਾ ਜੰਗੀ ਦੇ ਵਿਚਾਲੇ ਕੈਪਟਨ ਸਰਕਾਰ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਦੀ ਤਿਆਰੀ ਦੇ ਵਿੱਚ ਹੈ। ਵਿਧਾਇਕ ਫਤਿਹ ਚੰਦ ਬਾਜਵਾ ਤੇ ਰਾਕੇਸ਼ ਪਾਂਡੇ ਦੇ ਬੇਟੇ ਨੂੰ ਸਰਕਾਰੀ ਨੌਕਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ। ਵੇਰਕਾ ਨੇ ਦਲਿਤਾਂ ਦੇ ਲਈ 30,000 ਨੌਕਰੀਆਂ ਦੀ ਮੰਗ ਕੀਤੀ ਅਤੇ ਕਿਹਾ ਕਿ ਦਲਿਤਾਂ ਦੇ ਲਈ ਖਾਲੀ ਪਈਆਂ 30,000 ਅਸਾਮੀਆਂ ਨੂੰ ਭਰਿਆ ਜਾਵੇ। ਉਧਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ ਦੇ ਵਿੱਚ ਕਾਂਗਰਸ ਵਿਧਾਇਕ ਕੁਲਬੀਰ ਜੀਰਾ ਨੇ ਸਵਾਲ ਚੁੱਕੇ ਤੇ ਕਿਹਾ ਕਿ ਸਭ ਤੋਂ ਪਹਿਲਾਂ ਗਰੀਬਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੀ ਕੋਈ ਜ਼ਰੂਰਤ ਨਹੀਂ। ਸੁਖਬੀਰ ਸਿੰਘ ਬਾਦਲ ਨੇ ਵੀ ਸੂਬਾ ਸਰਕਾਰ ਤੇ ਸ਼ਬਦੀ ਵਾਰ ਕੀਤਾ ਤੇ ਕਿਹਾ ਕਿ ਕੈਪਟਨ ਦੀ ਘਰ ਘਰ ਰੋਜ਼ਗਾਰ ਯੋਜਨਾ ਸਿਰਫ ਕਾਂਗਰਸੀਆਂ ਦੇ ਲਈ ਹੀ ਹੈ। ਸਾਡੀ ਸਰਕਾਰ ਆਉਣ ਤੇ ਅਜਿਹੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇਗਾ। ਉਧਰ ਬੀਜੇਪੀ ਆਗੂ ਲక్ష్ਮੀ ਕਾਂਤਾ ਚਾਵਲਾ ਨੇ ਵੀ ਸੂਬਾ ਸਰਕਾਰ ਨੂੰ ਘੇਰਿਆ। ਉਹਨਾਂ ਇਲਜ਼ਾਮ ਲਗਾਇਆ ਕਿ ਨਾਰਾਜ਼ ਵਿਧਾਇਕਾਂ ਦੇ ਮੂੰਹ ਬੰਦ ਕਰਨ ਦੇ ਲਈ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਜਦਕਿ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਹਨੇਰੇ ਦੇ ਵੱਲ ਧੱਕਿਆ ਜਾ ਰਿਹਾ ਹੈ। ਕਾਂਗਰਸ ਦੇ ਵਿਧਾਇਕ ਗੁਰਕੀਰਤ ਕੋਟਲੀ ਨੇ ਕਿਹਾ ਕਿ ਜੇ ਸਰਕਾਰ ਅੱਤਵਾਦੀਆਂ ਦੇ ਖਿਲਾਫ ਲੜਨ ਵਾਲਿਆਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਰਹੀ ਹੈ ਤਾਂ ਇਸ ਦੇ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪੰਜਾਬ ਕਾਂਗਰਸ ਦੇ ਕਲੇਸ਼ ਨਿਬੇੜਨ ਦੇ ਲਈ ਕਾਂਗਰਸ ਦਾ ਮੈਰਾਥਨ ਮੰਥਨ ਜਾਰੀ ਹੈ। ਤੀਜੇ ਦਿਨ ਵੀ ਦਿੱਲੀ ਦੇ ਵਿੱਚ ਹਾਈ ਕਮਾਨ ਦੀ ਕਮੇਟੀ ਸਾਹਮਣੇ ਕਈ ਵਿਧਾਇਕ ਪੇਸ਼ ਹੋਏ। ਕਾਂਗਰਸ ਦੇ ਕਲੇਸ਼ ਦੇ ਵਿਚਾਲੇ ਰਾਹੁਲ ਗਾਂਧੀ ਨੇ ਵੀ ਕਮਾਨ ਸੰਭਾਲੀ ਹੋਈ ਹੈ। ਰਾਹੁਲ ਗਾਂਧੀ ਖੁਦ ਵਿਧਾਇਕਾਂ ਨੂੰ ਫੋਨ ਕਰ ਰਹੇ ਨੇ ਤੇ ਮੰਤਰੀਆਂ ਤੇ ਵਿਧਾਇਕਾਂ ਤੋਂ ਫੀਡਬੈਕ ਲੈ ਰਹੇ ਨੇ। ਅੰਮ੍ਰਿਤਸਰ 'ਚ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ ਗਏ। ਪੋਸਟਰ ਇੱਕ ਐਨਜੀਓ ਵੱਲੋਂ ਲਗਾਏ ਗਏ ਤੇ ਸਿੱਧੂ ਨੂੰ ਲੱਭਣ ਵਾਲੇ ਦੇ ਲਈ 50,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ।
ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰਾਂ ਤੇ ਅਕਾਲੀ ਆਗੂ ਦਲਜੀਤ ਚੀਮਾ ਨੇ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਪੋਸਟਰ ਸਿਰਫ ਸਿੱਧੂ ਦੇ ਹੀ ਖਿਲਾਫ ਨਹੀਂ ਬਲਕਿ ਸਾਰੇ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਵਿਰੁੱਧ ਵੀ ਲੱਗਣੇ ਚਾਹੀਦੇ ਨੇ ਕਿਉਂਕਿ ਇਹਨਾਂ ਨੇ 4.5 ਸਾਲ ਦੇ ਵਿੱਚ ਜਨਤਾ ਦੀ ਸਾਰ ਨਹੀਂ ਲਈ। ਉਧਰ ਗੁਰਦਾਸਪੁਰ ਦੇ ਵਿੱਚ ਵੀ ਸੰਸਦ ਸਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਮਿਲੇ ਨੇ। ਇਹ ਪੋਸਟਰ ਯੂਥ ਕਾਂਗਰਸ ਦੇ ਵੱਲੋਂ ਲਗਾਏ ਗਏ ਤੇ ਇਲਜ਼ਾਮ ਲਗਾਇਆ ਗਿਆ ਕਿ ਸਨੀ ਦਿਓਲ ਨੂੰ ਆਪਣੇ ਹਲਕੇ ਦੀ ਕੋਈ ਚਿੰਤਾ ਨਹੀਂ। ਆਗੂ ਨੇ ਕਿਹਾ ਕਿ ਸਨੀ ਦਿਓਲ ਆਪਣੇ ਹਲਕੇ ਦੇ ਵਿੱਚ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਰੋਨਾ ਦੇ ਖਿਲਾਫ ਲੜਾਈ ਲੜ ਰਿਹਾ ਹੈ ਜਦਕਿ ਕਾਂਗਰਸ ਕੋਕਸੀ ਦੀ ਲੜਾਈ ਲੜ ਰਹੀ ਹੈ। ਅਕਾਲੀ ਦਲ ਨੇ ਕੋਵਿਡ ਦੇ ਕਰੀਬ 15 ਸੈਂਟਰ ਖੋਲ੍ਹੇ ਨੇ ਤੇ 35 ਹਲਕਿਆਂ ਦੇ ਵਿੱਚ ਆਕਸੀਜਨ ਦੇ ਵੀ ਉੱਤੇ ਕੰਮ ਕੀਤਾ ਜਾ ਰਿਹਾ ਹੈ। ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ। ਆਈਸੀਐਮਆਰ ਨੇ ਕਿਹਾ ਕਿ ਹਰ ਰੋਜ਼ 1 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ ਜਿਸ ਦੀ ਸ਼ੁਰੂਆਤ ਜੁਲਾਈ ਦੇ ਅੱਧ ਜਾਂ ਅਗਸਤ ਦੇ ਪਹਿਲੇ ਹਫ਼ਤੇ ਤੋਂ ਹੋ ਜਾਏਗੀ। ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਡਾਕਟਰਾਂ ਤੇ ਵੀ ਨਜ਼ਰ ਆ ਰਿਹਾ ਹੈ। ਦੂਜੀ ਲਹਿਰ ਦੇ ਵਿੱਚ ਹੁਣ ਤੱਕ 594 ਡਾਕਟਰਾਂ ਦੀ ਜਾਨ ਗਈ ਹੈ। ਦਿੱਲੀ ਤੇ ਬਿਹਾਰ ਦੇ ਵਿੱਚ ਸਭ ਤੋਂ ਵੱਧ ਡਾਕਟਰਾਂ ਦੀ ਮੌਤ ਹੋਈ ਜਦਕਿ ਪੰਜਾਬ ਤੇ ਹਰਿਆਣਾ ਦੇ ਵਿੱਚ 3 ਡਾਕਟਰਾਂ ਦੀ ਜਾਨ ਕੋਵਿਡ ਦੀ ਵਜ੍ਹਾ ਨਾਲ ਗਈ। ਸ਼ਿਮਲਾ ਦੇ ਕੋਵਿਡ ਸੈਂਟਰ ਦੇ ਵਿੱਚ ਮੈਡੀਕਲ ਸਟਾਫ ਨੇ ਮਰੀਜ਼ਾਂ ਦਾ ਹੌਸਲਾ ਵਧਾਇਆ ਤੇ ਮਰੀਜ਼ਾਂ ਦੇ ਨਾਲ ਮਿਲ ਕੇ ਕੋਰੋਨਾ ਨੂੰ ਹਰਾਉਣ ਦੇ ਲਈ ਅਰਦਾਸ ਕੀਤੀ। ਮਰੀਜ਼ਾਂ ਦੇ ਮਨ ਦੇ ਵਿੱਚ ਨੈਗੇਟਿਵ ਵਿਚਾਰ ਆਉਣ ਤੋਂ ਰੋਕਣ ਦੇ ਲਈ ਇਹ ਅਰਦਾਸ ਕੀਤੀ ਗਈ। ਸਿਰਸਾ ਜ਼ਿਲ੍ਹੇ ਦੇ 7 ਪਿੰਡ ਅਜਿਹੇ ਨੇ ਜਿੱਥੇ ਇੱਕ ਵੀ ਕੇਸ ਕੋਰੋਨਾ ਦਾ ਪੋਜ਼ਿਟਿਵ ਨਹੀਂ ਹੈ। ਪਿੰਡਾਂ ਦੇ ਵਿੱਚੋਂ ਕਿਸੇ ਵੀ ਪਿੰਡ ਦੀ ਆਬਾਦੀ 5000 ਤੋਂ ਘੱਟ ਨਹੀਂ ਹੈ। ਕੋਰੋਨਾ ਹਦਾਇਤਾਂ ਦੀ ਪਾਲਣਾ ਕਰਕੇ ਲੋਕਾਂ ਨੇ ਸਾਰਿਆਂ ਨੂੰ ਸੁਰੱਖਿਅਤ ਰੱਖਿਆ। ਕੋਰੋਨਾ ਨੂੰ ਹਰਾਉਣ ਦੇ ਲਈ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ਤੇ ਹੈ। ਕਰਨਾਲ ਦੇ ਵਿੱਚ ਦਿਵਿਆਂਗਾਂ ਦੇ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਜਿੱਥੇ ਵੱਖ-ਵੱਖ ਪਿੰਡਾਂ ਤੋਂ ਆਏ ਦਿਵਿਆਂਗ ਵਿਅਕਤੀਆਂ ਨੇ ਟੀਕਾ ਲਗਵਾਇਆ। ਕੋਰੋਨਾ ਕਾਲ ਦੇ ਵਿੱਚ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ। ਮਲੋਟ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਰਵਾਨਾ ਹੋਏ। ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਆਉਣ। ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇ ਕਾਨੂੰਨ ਹੱਥ ਦੇ ਵਿੱਚ ਲਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਸੂਬੇ 'ਚ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਨਹੀਂ ਦਿੱਤਾ ਜਾਵੇਗਾ। ਉਧਰ ਟੋਹਾਣਾ ਦੇ ਵਿੱਚ ਕਿਸਾਨਾਂ ਨੇ ਜੇਜੇਪੀ ਵਿਧਾਇਕ ਦਵਿੰਦਰ ਸਿੰਘ ਬੱਬਲੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਕੱਲ ਕਿਸਾਨਾਂ ਨੇ ਬੱਬਲੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਬੱਬਲੀ ਤੇ ਕਿਸਾਨਾਂ ਦੇ ਵਿਚਾਲੇ ਤਕਰਾਰ ਹੋਈ ਸੀ ਤੇ ਉਹਨਾਂ ਤੇ ਕਿਸਾਨਾਂ ਨੂੰ ਗਾਲਾਂ ਕੱਢਣ ਦੇ ਵੀ ਇਲਜ਼ਾਮ। ਟੋਹਾਣਾ ਦੇ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਜੇਜੇਪੀ ਵਿਧਾਇਕ ਦਵਿੰਦਰ ਬੱਬਲੀ ਦੇ ਵੱਲੋਂ ਕਿਸਾਨਾਂ ਨੂੰ ਗਾਲਾਂ ਕੱਢਣ ਦੀ ਨਿਖੇਧੀ ਕੀਤੀ। ਚੜੂਨੀ ਨੇ ਕਿਹਾ ਕਿ ਵਿਧਾਇਕ ਨੂੰ ਕਿਸਾਨਾਂ ਦੇ ਵਿੱਚ ਜਾ ਕੇ ਮੁਆਫੀ ਮੰਗਣੀ ਚਾਹੀਦੀ। ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਨੱਕੀਆ ਦੇ ਵਿੱਚ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਟੋਲ ਪਲਾਜ਼ਾ ਸ਼ੁਰੂ ਕੀਤੇ ਜਾਣ ਤਾਂ ਜੋ ਉਹਨਾਂ ਦੇ ਘਰ ਦਾ ਖਰਚਾ ਚੱਲ ਸਕੇ। ਅੰਮ੍ਰਿਤਸਰ ਦੇ ਵਿੱਚ ਜਿਮ ਮਾਲਕਾਂ ਨੇ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਜਿਮ ਮਾਲਕਾਂ ਨੇ ਨੰਗੇ ਧੜ ਹੋ ਕੇ ਜਿਮ ਬੰਦ ਹੋਣ ਦਾ ਵਿਰੋਧ ਕੀਤਾ ਤੇ ਕਿਹਾ ਕਿ ਜੇ ਸ਼ਰਾਬ ਦੇ ਠੇਕੇ ਖੁੱਲ ਸਕਦੇ ਨੇ ਤਾਂ ਜਿਮ ਨੂੰ ਬੰਦ ਕਿਉਂ ਰੱਖਿਆ ਗਿਆ। ਚੰਡੀਗੜ੍ਹ ਦੇ ਵਿੱਚ ਵੀ ਜਿਮ ਮਾਲਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਜਿਮ ਖੋਲ੍ਹੇ ਜਾਣ। ਮਾਲਕਾਂ ਨੇ ਕਿਹਾ ਕਿ ਜਿਮ ਬੰਦ ਹੋਣ ਕਾਰਨ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਫਰੀਦਕੋਟ ਦੇ ਵਿੱਚ ਜਿਮ ਖੋਲ੍ਹਣ ਦੀ ਮੰਗ ਨੂੰ ਲੈ ਕੇ ਜਿਮ ਮਾਲਕਾਂ ਨੇ ਨਾਅਰੇਬਾਜ਼ੀ ਕੀਤੀ। ਹੱਥਾਂ ਦੇ ਵਿੱਚ ਬੈਨਰ ਫੜ ਕੇ ਸ਼ਾਂਤਮਈ ਢੰਗ ਦੇ ਨਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਹੋਰ ਦੁਕਾਨਾਂ ਵਾਂਗ ਜਿਮ ਵੀ ਖੋਲ੍ਹਣ ਦੀ ਮੰਗ ਰੱਖੀ ਗਈ। ਅਬੋਹਰ ਦੇ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਮਾਰਚ ਕੱਢਿਆ ਤੇ ਘੜੇ ਤੋੜ ਕੇ ਨਾਅਰੇਬਾਜ਼ੀ ਕੀਤੀ। ਧਰਨੇ 'ਚ ਵੱਡੀ ਗਿਣਤੀ 'ਚ ਮਹਿਲਾਵਾਂ ਵੀ ਸ਼ਾਮਲ ਹੋਈਆਂ। ਬੱਦੀ ਦੇ ਵਿੱਚ ਇੱਕ ਫੈਕਟਰੀ ਬੰਦ ਹੋਣ ਦੇ ਨਾਲ ਬੇਰੁਜ਼ਗਾਰ ਹੋਏ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਫੈਕਟਰੀ ਮਾਲਕ ਰਾਤੋਂ ਰਾਤ ਕੰਪਨੀ ਬੰਦ ਕਰਕੇ ਫਰਾਰ ਹੋ ਗਏ। ਮਜ਼ਦੂਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ। ਚੰਡੀਗੜ੍ਹ ਦੇ ਵਿੱਚ ਕੋਰੋਨਾ ਕਾਲ ਦੇ ਵਿੱਚ ਪੁਲਿਸ ਵਾਲੇ ਮਸਤੀ ਕਰਦੇ ਨਜ਼ਰ ਆਏ। ਸ਼ਰਾਬ ਵਾਲੇ ਗਾਣੇ ਦੇ ਉੱਤੇ ਪੁਲਿਸ ਮੁਲਾਜ਼ਮਾਂ ਨੇ ਖੂਬ ਮਸਤੀ ਕੀਤੀ ਤੇ ਇੱਕ ਕਾਰ ਦੇ ਵਿੱਚ ਸਵਾਰ 5 ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਕਿਸੇ ਨੇ ਵੀ ਮਾਸਕ ਨਹੀਂ ਲਗਾਇਆ ਹੋਇਆ। ਬਠਿੰਡਾ ਦੇ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਦੇ ਵਿੱਚ 3 ਦੋਸਤਾਂ ਦੀ ਮੌਤ ਹੋ ਗਈ। ਅਣਪਛਾਤੇ ਵਾਹਨ ਦੀ ਟੱਕਰ ਕਾਰਨ ਕਾਰ ਦੇ ਪਰਖੱਚੇ ਉੱਡ ਗਏ। ਤਿੰਨੋਂ ਦੋਸਤ ਪਿੰਡ ਰੁਲਦੂ ਸਿੰਘ ਵਾਲਾ ਦੇ ਰਹਿਣ ਵਾਲੇ ਸੀ।
ਮਹਿੰਦਰਗੜ੍ਹ ਦੇ ਇੱਕ ਪਿੰਡ ਦੇ ਵਿੱਚ ਇੱਕ ਸ਼ਖਸ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਸਮੇਂ ਮ੍ਰਿਤਕ ਆਪਣੇ ਪੋਲਟਰੀ ਫਾਰਮ ਦੇ ਵਿੱਚ ਸੁੱਤਾ ਪਿਆ ਸੀ। ਕਤਲ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ। ਤਰਨਤਾਰਨ ਪੁਲਿਸ ਨੇ 2 ਵਿਅਕਤੀਆਂ ਦੇ ਕਤਲ ਮਾਮਲੇ ਦੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੱਟੀ ਦੇ ਵਿੱਚੋਂ 2 ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਗੈਂਗਸਟਰ ਪ੍ਰੀਤ ਸੇਖੋਂ ਨੇ 31 ਜ਼ਿੰਮੇਵਾਰੀ ਲਈ ਸੀ। ਮੋਗਾ ਪੁਲਿਸ ਨੇ ਖਾਲਿਸਤਾਨ ਟਾਈਗਰ ਫੋਰਸ ਦੇ ਇੱਕ ਗੁਰਗੇ ਕਮਲਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। 2 ਗੁਰਗਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਤੀਜੀ ਗ੍ਰਿਫਤਾਰੀ ਹੋਈ ਹੈ। ਤਿੰਨਾਂ ਤੇ ਇੱਕ ਡੇਰਾ ਪ੍ਰੇਮੀ ਦੇ ਕਤਲ ਦਾ ਇਲਜ਼ਾਮ ਹੈ। ਬਲਾਚੌਰ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਕੁੱਟਮਾਰ ਹੋਈ। ਸੰਤ ਓਂਕਾਰ ਸਿੰਘ ਮੈਮੋਰੀਅਲ ਟਰਸਟ ਦੇ ਮੌਜੂਦਾ ਪ੍ਰਧਾਨ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੁੱਟਿਆ ਗਿਆ। ਤਾਰਾ ਸਿੰਘ ਅਹੁਦਾ ਨਹੀਂ ਛੱਡ ਰਹੇ ਸਨ। ਗੁਰਦਾਸਪੁਰ ਦੇ ਵਿੱਚ ਕੁੱਤੇ ਨੂੰ ਰੋਟੀ ਪਾਉਣ ਨੂੰ ਲੈ ਕੇ 2 ਪਰਿਵਾਰਾਂ ਦੇ ਵਿਚਾਲੇ ਝੜਪ ਹੋ ਗਈ, ਜੋ ਖੂਨੀ ਝੜਪ ਦੇ ਵਿੱਚ ਬਦਲ ਗਈ, ਜਿਸ ਕਾਰਨ ਦੋਵੇਂ ਪਰਿਵਾਰਾਂ ਦੇ 2 ਵਿਅਕਤੀ ਜ਼ਖਮੀ ਹੋ ਗਏ। ਲੜਾਈ 'ਚ ਮਹਿਲਾਵਾਂ ਵੀ ਸ਼ਾਮਲ ਸੀ। ਚੰਡੀਗੜ੍ਹ ਮੋਹਾਲੀ ਦੀ ਸਰਹੱਦ ਤੇ ਸਨੈਚਰਾਂ ਦਾ ਪਿੱਛਾ ਕਰਦੇ ਹੋਏ ਇੱਕ ਕੁੜੀ ਜ਼ਖਮੀ ਹੋ ਗਈ। ਚੰਡੀਗੜ੍ਹ ਤੇ ਮੋਹਾਲੀ ਦੀ ਪੁਲਿਸ ਏਰੀਆ ਨੂੰ ਲੈ ਕੇ ਹੀ ਉਲਝੀ ਰਹੀ, ਜਦਕਿ ਕੁੜੀ ਸੜਕ ਤੇ ਤੜਫਦੀ ਰਹੀ। ਬਾਅਦ ਦੇ ਵਿੱਚ ਮੋਹਾਲੀ ਪੁਲਿਸ ਨੇ ਕੁੜੀ ਨੂੰ ਹਸਪਤਾਲ ਪਹੁੰਚਾਇਆ। ਫਤਿਆਬਾਦ ਦੇ ਵਿੱਚ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਇੱਕ ਸ਼ਖਸ ਦੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਸ਼ਖਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸ਼ਖਸ ਫੰਗਸ ਪੀੜਤ ਆਪਣੀ ਮਾਂ ਨੂੰ ਬੱਸ ਦੇ ਵਿੱਚ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਲੰਧਰ ਪੁਲਿਸ ਨੇ ਲੁੱਟ ਦੇ ਮਾਮਲੇ ਦੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕੋਲੋਂ ਪੁਲਿਸ ਨੇ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ। ਦੋਵੇਂ ਮੁਲਜ਼ਮ ਇੱਕ ਸ਼ਖਸ ਤੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ ਸਨ। ਕਰਨਾਲ ਦੀ ਨਹਿਰ ਦੇ ਵਿੱਚ 7 ਨੀਲ ਗਊਆਂ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ। ਪਾਣੀ ਦੇ ਵਿੱਚ ਡੁੱਬਣ ਕਾਰਨ ਇੱਕ ਗਊ ਦੀ ਮੌਤ ਹੋ ਗਈ, ਜਦਕਿ 6 ਗਊਆਂ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਬਟਾਲਾ ਦੇ ਵਿੱਚ ਕੋਰੋਨਾ ਟੈਸਟ ਵਾਲੀ ਥਾਂ ਦੇ ਉੱਤੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਡਾਕਟਰਾਂ ਦੇ ਵਿਚਾਲੇ ਬਹਿਸ ਹੋ ਗਈ। ਵੈਕਸੀਨ ਲਗਵਾਉਣ ਆਏ ਲੋਕਾਂ ਨੇ ਡਾਕਟਰ ਤੇ ਇਤਰਾਜ਼ਯੋਗ ਸ਼ਬਦ ਬੋਲਣ ਦੇ ਇਲਜ਼ਾਮ ਲਗਾਏ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਜਲੰਧਰ ਰੇਲਵੇ ਦੀ ਜ਼ਮੀਨ ਤੇ ਕਾਲੋਨੀ ਕੱਟਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਰੇਲਵੇ ਪ੍ਰਸ਼ਾਸਨ ਨੇ ਹਰਕਤ ਦੇ ਵਿੱਚ ਆਉਂਦਿਆਂ ਕਾਰਵਾਈ ਕੀਤੀ ਤੇ ਬਾਉਂਡਰੀ ਲਾਈਨ ਨੂੰ ਤੋੜ ਦਿੱਤਾ। ਸਮਰਾਲਾ ਦੇ ਵਿੱਚ ਇੱਕ ਹਾਕੀ ਕਲੱਬ ਵਾਤਾਵਰਣ ਦੀ ਸੰਭਾਲ ਦੇ ਲਈ ਅੱਗੇ ਆਇਆ। ਕਲੱਬ ਦੇ ਮੈਂਬਰਾਂ ਨੇ 1 ਲੱਖ ਦੇ ਕਰੀਬ ਬੂਟੇ ਲਗਾਏ ਤੇ ਸਮਰਾਲਾ ਦੇ ਵਿੱਚ ਇੱਕ ਮਿੰਨੀ ਜੰਗਲ ਵੀ ਤਿਆਰ ਕੀਤਾ ਹੈ। ਹੁਣ ਅੱਗੇ ਵਧਦੇ ਹਾਂ, ਕੁਝ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ। ਵੱਡੀ ਖਬਰ ਦਿੰਦੀ ਉਸ ਦਾ ਰੁਖ ਕਰਾਂਗੇ। ਬੇਅਦਬੀ ਮਾਮਲੇ ਦੇ ਵਿੱਚ ਨਵੀਂ ਐਸਆਈਟੀ ਜੋ ਬਣਾਈ ਗਈ, ਉਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਜੀ ਹਾਂ, ਡੇਰੇ ਦੇ ਨਾਲ ਇੱਕ ਵਾਰ ਫਿਰ ਤੋਂ ਕਨੈਕਸ਼ਨ ਜੁੜਦੇ ਨਜ਼ਰ ਆ ਰਹੇ ਨੇ। ਬੇਅਦਬੀ ਮਾਮਲੇ ਦੇ ਡੇਰਾ ਪ੍ਰੇਮੀਆਂ ਨੇ ਬਦਲੇ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇਲਜ਼ਾਮ ਲੱਗ ਰਹੇ ਨੇ ਡੇਰਾ ਪ੍ਰੇਮੀਆਂ ਦੇ ਉੱਤੇ, ਜਿਹੜੇ 6 ਡੇਰਾ ਪ੍ਰੇਮੀ ਐਸਆਈਟੀ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ। ਤੇ ਐਸਆਈਟੀ ਦਾਅਵਾ ਕਰ ਰਹੀ ਹੈ, ਹੁਣ ਤੱਕ ਦੀ ਰਿਪੋਰਟ ਦੇ ਵਿੱਚ ਜੋ ਦਾਅਵੇ ਕੀਤੇ ਗਏ ਨੇ ਕਿ ਡੇਰਾ ਮੁਖੀ ਦੇ ਅਪਮਾਨ ਦੇ ਬਦਲੇ ਲਈ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਆਈਜੀ ਪਰਮਾਰ ਵਾਲੀ ਐਸਆਈਟੀ ਨੇ ਖੁਲਾਸਾ ਕੀਤਾ ਹੈ। ਪਹਿਲਾਂ ਜਾਂਚ ਦੇ ਵਿੱਚ ਵੀ ਅਜਿਹੇ ਹੀ ਤੱਥ ਸਾਹਮਣੇ ਆਏ ਸਨ। ਨਵੀਂ ਐਸਆਈਟੀ ਜਨਵਰੀ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਟ ਕਰ ਰਹੀ ਹੈ ਤੇ ਨਵੀਂ ਐਸਆਈਟੀ ਨੇ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਦੇ। ਤੇ ਬਹੁਤ ਤਫਸੀਲ ਦੇ ਨਾਲ ਇਹ ਦੱਸਿਆ ਗਿਆ ਕਿ ਆਖਿਰ ਕਿਸ ਤਰੀਕੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕਿਸ ਤਰੀਕੇ ਨਾਲ ਚੋਰੀ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਤੇ ਉਸ ਤੋਂ ਬਾਅਦ ਕਿੱਥੇ ਉਸ ਨੂੰ ਰੱਖਿਆ ਗਿਆ। ਫਿਰ ਉਸ ਤੋਂ ਬਾਅਦ ਪੋਸਟਰ ਲਗਾਏ ਗਏ ਜਿਹੜੇ ਬਰਗਾੜੀ ਦੇ ਵਿੱਚ ਲੱਗੇ ਸੀ ਸਤੰਬਰ ਮਹੀਨੇ 2015 ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜੀ ਘਟਨਾ ਅੰਗ ਖਿਲਾਰਨ ਦੀ ਕੀਤੀ ਗਈ, ਉਹ ਕਿਸ ਤਰੀਕੇ ਨਾਲ ਪ੍ਰੀ ਪਲਾਨ ਸੀ, ਸਾਰਾ ਕੁਝ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹ ਸਭ ਕੁਝ ਕੀਤਾ ਗਿਆ, ਉਸ ਦਾ ਖੁਲਾਸਾ ਕੀਤਾ ਗਿਆ ਹੈ। ਐਸਆਈਟੀ ਦੇ ਵੱਲੋਂ ਜਿਹੜੇ 6 ਨਾਮ ਲਏ ਗਏ ਨੇ, ਜਿਹੜੇ 6 ਲੋਕ ਗ੍ਰਿਫਤਾਰ ਕੀਤੇ ਗਏ ਨੇ, ਉਹਨਾਂ ਦੇ ਬਾਰੇ ਬਿਊਰਾ ਦਿੱਤਾ ਗਿਆ ਪੂਰਾ ਕਿ ਜਿਹੜੀਆਂ ਗੱਡੀਆਂ ਦੀ ਇਸਤੇਮਾਲ ਹੋਇਆ, ਗੱਡੀਆਂ ਦੇ ਵਿੱਚ ਜਿਹੜੇ ਲੋਕ ਗਏ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੱਕ ਜਿੱਥੋਂ ਪਾਵਨ ਸਰੂਪ ਚੋਰੀ ਹੋਇਆ, ਤੇ ਉਸ ਤੋਂ ਬਾਅਦ ਉਹ ਕਿਹੜੀ ਗੱਡੀ ਦੇ ਵਿੱਚ ਲੈ ਕੇ ਕਿੱਥੇ ਗਏ, ਕਿਹੜੇ ਪਿੰਡ ਗਏ, ਸਭ ਕੁਝ ਦਾ ਹਵਾਲਾ ਦਿੱਤਾ ਗਿਆ। ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਚੋਰੀ ਹੋਈ ਸਨ ਪਾਵਨ ਸਰੂਪ 1 ਜੂਨ 2015 ਨੂੰ। ਉਸ ਤੋਂ ਬਾਅਦ ਮਾਮਲਾ ਦਰਜ ਹੋਇਆ 2 ਜੂਨ ਨੂੰ। ਤੇ ਅਸੀਂ ਗੱਲ ਕਰੀਏ ਕਿ ਸਤੰਬਰ ਮਹੀਨੇ ਦੇ ਵਿੱਚ ਜਾ ਕੇ ਬਰਗਾੜੀ 'ਚ ਕੁਝ ਹੋਰ ਥਾਵਾਂ ਦੇ ਉੱਤੇ ਪੋਸਟਰ ਲਗਾਏ ਗਏ ਤੇ ਫਿਰ ਅਕਤੂਬਰ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ ਤੇ ਉਸ ਤੋਂ ਬਾਅਦ ਗੋਲੀकांड ਦੀ ਘਟਨਾ ਵਾਪਰੀ ਜਿਹੜੀ ਸਿੱਖ ਸੰਗਤ ਰੋਸ ਜਤਾ ਰਹੀ ਸੀ। ਤੇ ਹੁਣ ਇਸ ਪੂਰੇ ਮਾਮਲੇ 'ਚ ਨਵੀਂ ਐਸਆਈਟੀ ਜਾਂਚ ਨੂੰ ਅੱਗੇ ਵਧਾ ਰਹੀ ਹੈ।
कहना चाहता क्योंकि रिपोर्ट का कोई पता नहीं। आ सारी रिपोर्टां जिन्नियां भी हैं आ कैप अपने सरकार ने तुसी आप ही देख ले हाईकोर्ट ने की लफ्ज़ मारे सी की लफ्ज़ किए सी हाईकोर्ट ने कि आ रिपोर्टां नहीं सी सियासत की गई सी। हाई ऑनरेबल आ सारी परमात्मा कराउंदा है। ਅਸੀਂ ਜਦੋਂ ਕਿਹਾ ਸੀ ਨਾ ਸਿਆਸਤ ਕਰਕੇ ਮੰਨ ਗਏ। परमात्मा का वर्डिक्ट है। मैं तुम सही दसा जज साहब जिन्होंने दुध ते पानी कर दिता दस दिता कि मैं 450 सियासत की सी। मैं हुण भी कहना सियासत बंद कर दो। पंजाब सरकार जिन्नियां मर्जी सिट्टां बना लवे जिन्नियां मर्जी बदल लवे पर दोषी तां दोषी रहने ने। बरगाड़ी बेअदबी कांड दे जिहड़े दोषी आ जो पहलियां सिट्टां ने नशर कीते सन उही नवीं सिट ने गिरफ्तार कीते आ ते सारा कुछ मन रहे आ। ਇਹ ਸਿਆਸੀ ਘੁੰਮਣ ਘੇਰੀਆਂ ਦੇ ਵਿੱਚ ਸਾਨੂੰ ਇਨਸਾਫ ਤੋਂ ਦੂਰ ਕੀਤਾ ਜਾ ਰਿਹਾ। ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਦੇਖੋ ਭਾਵੇਂ ਤੁਸੀਂ ਸਿੱਟ ਚੇਂਜ ਕਰ ਦਿੱਤੀ ਸੁਰਿੰਦਰਪਾਲ ਸਿੰਘ ਪਰਮਾਰ ਵਾਲੀ ਸਿੱਟ ਆ ਗਈ ਆ ਪਰ ਉਹਨੇ ਵੀ ਤਾਂ ਉਹੀ ਦੋਸ਼ੀ ਫੜੇ ਆ ਕਿਉਂਕਿ ਦੋਸ਼ੀ ਤਾਂ ਉਹੀ ਦੋਸ਼ੀ ਰਹਿਣੇ ਨੇ। ਸੌਦਾ ਸਾਧ ਦੇ ਇਸ਼ਾਰਿਆਂ ਤੇ ਉਹ ਕਾਤਲ ਤੇ ਕੁਕਰਮੀ ਰਾਮ ਰਹੀਮ ਨੇ ਬੇਅਦਬੀ ਕਰਵਾਈ ਉਹਦੇ ਚੇਲਿਆਂ ਨੇ ਕੀਤੀ ਆ। ਇਹ ਸਾਰਾ ਕੁਝ ਸਾਹਮਣੇ ਆ ਚੁੱਕਾ ਤੇ ਜਿਹੜੇ ਫੜੇ ਗਏ ਆ ਉਹ ਪਹਿਲਾਂ ਵੀ ਮੰਨੇ ਸੀ ਹੁਣ ਵੀ ਮੰਨ ਰਹੇ ਆ। ਬਿਊਰੋ ਦਿੱਤਾ ਗਿਆ ਕਿ ਕਿਸ ਦੀ ਕੀ ਭੂਮਿਕਾ ਸੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਹੁਣ ਬੇਅਦਬੀ ਦੇ ਗੁਨੇਗਾਰ ਇਹ ਦੱਸੇ ਜਾ ਰਹੇ ਨੇ। ਸ਼ੁਰੂਆਤ ਸੁਖਜਿੰਦਰ ਸਿੰਘ ਤੋਂ ਉਰਫ ਸਨੀ ਕਾਂਡਾ ਇਹ ਬਿਲਕੁਲ ਅਹਿਮ ਜਿਹੜਾ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਹਿੰਦਰਪਾਲ ਬਿੱਟੂ ਦਾ ਇੱਕ ਖਾਸਮ ਖਾਸ ਹੈ। ਬੁਰਜ ਜਵਾੜ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਵਿਵਾਦਿਤ ਪੋਸਟਰ ਤਿਆਰ ਕਰਨ ਦੇ ਇਲਜ਼ਾਮ ਨੇ। ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਨੇ ਸਨੀ ਕਾਂਡਾ ਦੇ ਉੱਤੇ ਤੇ ਪਵਿੱਤਰ ਗ੍ਰੰਥ ਦਾ ਬਾਕੀ ਹਿੱਸਾ ਮਹਿੰਦਰਪਾਲ ਬਿੱਟੂ ਨੂੰ ਸੌਂਪਣ ਦੇ ਵੀ ਇਲਜ਼ਾਮ ਨੇ। ਇਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਹੁਣ ਸ਼ਕਤੀ ਸਿੰਘ ਦੇ 6 ਮੁਲਜ਼ਮ ਨੇ। ਸ਼ਕਤੀ ਸਿੰਘ ਦਾ ਅਸੀਂ ਜ਼ਿਕਰ ਕਰੀਏ ਤਾਂ ਇਲਜ਼ਾਮ ਨੇ ਜੋ ਸ਼ਕਤੀ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਸਮੇਂ ਇਹ ਜਿਸ ਆਲਟੋ ਕਾਰ ਦੇ ਵਿੱਚ ਇਹ ਮੁਲਜ਼ਮ ਪਹੁੰਚੇ ਸੀ ਉਸ ਦੇ ਵਿੱਚ ਸ਼ਕਤੀ ਸਿੰਘ ਵੀ ਸਵਾਰ ਸੀ। ਉਸ ਕਾਰ ਨੂੰ ਚਲਾਉਣ ਵਾਲਾ ਸੀ ਇਹ। ਵਿਵਾਦਿਤ ਪੋਸਟਰ ਦੇ ਲਈ ਕਾਗਜ਼ ਅਤੇ ਪੈਨ ਲਿਆਉਣ ਵਾਲਾ ਵੀ ਇਹੀ ਸ਼ਖਸ ਸੀ। ਬਰਗਾੜੀ ਦੇ ਵਿੱਚ ਪੋਸਟਰ ਜੋ ਚਿਪਕਾਏ ਗਏ ਇਸ ਦੇ ਵੱਲੋਂ ਚਿਪਕਾਏ ਗਏ। ਇਸਨੇ ਸਾਥ ਦਿੱਤਾ ਪਵਿੱਤਰ ਗ੍ਰੰਥ ਦਾ ਬਾਕੀ ਹਿੱਸਾ ਪਿੰਡ ਡੱਗੋ ਰਮਾਣਾ ਲੈ ਕੇ ਗਿਆ ਸ਼ਕਤੀ ਸਿੰਘ ਤੇ ਉਸ ਤੋਂ ਬਾਅਦ ਪਵਿੱਤਰ ਗ੍ਰੰਥ ਦਾ ਬਾਕੀ ਹਿੱਸਾ ਬਿੱਟੂ ਤੱਕ ਪਹੁੰਚਾਉਣਾ ਵੀ ਇਸ ਦੀ ਜ਼ਿੰਮੇਵਾਰੀ ਸੀ। ਤੇ ਗੱਲ ਭੋਲਾ ਦੀ ਕਰੀਏ। ਰਣਜੀਤ ਸਿੰਘ ਉਰਫ ਭੋਲਾ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦੇ ਵਿੱਚ ਇਸ ਦੀ ਸ਼ਮੂਲੀਅਤ ਸੀ। ਚੋਰੀ ਸਮੇਂ ਕਾਰ ਦੇ ਵਿੱਚ ਸਵਾਰ ਸੀ। ਵਿਵਾਦਿਤ ਪੋਸਟਰ ਲਗਾਉਣ ਦੇ ਵਿੱਚ ਵੀ ਇਸ ਦਾ ਹੱਥ ਸੀ। ਅੰਗ ਖਿਲਾਰਨ ਦੇ ਵਿੱਚ ਸਨੀ ਕਾਂਡਾ ਦਾ ਇਸਨੇ ਸਾਥ ਵੀ ਦਿੱਤਾ। ਪਵਿੱਤਰ ਗ੍ਰੰਥ ਦੇ ਅੰਗ ਰਾਜੂ ਦੋਧੀ ਨੂੰ ਦੇਣ ਦੇ ਵੀ ਇਲਜ਼ਾਮ ਨੇ। ਤੇ ਗੱਲ ਬਲਜੀਤ ਸਿੰਘ ਦੀ ਕਰੀਏ। ਗੁਰੂ ਗ੍ਰੰਥ ਸਾਹਿਬ ਕੋਟਕਪੁਰਾ ਲੈ ਕੇ ਗਿਆ ਇਹ ਸ਼ਖਸ। ਪਵਿੱਤਰ ਗ੍ਰੰਥ ਆਪਣੇ ਘਰ ਪਿੰਡ ਸਿੱਖਾਂ ਵਾਲਾ ਦੇ ਵਿੱਚ ਉਸਨੇ ਰੱਖਿਆ। ਨਿਸ਼ਾਨ ਸਿੰਘ ਦੀ ਕਾਰ ਦੇ ਵਿੱਚ ਇੱਕ ਪੇਟੀ ਦੇ ਵਿੱਚ ਇੱਕ ਟਰੰਕਨੁਮਾ ਪੇਟੀ ਦੇ ਵਿੱਚ ਪਾ ਕੇ ਰੱਖਿਆ ਗਿਆ ਪਵਿੱਤਰ ਗ੍ਰੰਥ ਨੂੰ। ਪਵਿੱਤਰ ਗ੍ਰੰਥ ਦੇ ਅੰਗ ਪ੍ਰਦੀਪ ਸਿੰਘ ਤੇ ਰਣਜੀਤ ਸਿੰਘ ਨੂੰ ਵੀ ਇਸ ਦੇ ਵੱਲੋਂ ਦਿੱਤੇ ਗਏ ਬਲਜੀਤ ਸਿੰਘ ਦੇ ਵੱਲੋਂ। ਤੇ ਗੱਲ ਨਿਸ਼ਾਨ ਸਿੰਘ ਦੀ। ਨਿਸ਼ਾਨ ਸਿੰਘ ਬੇਅਦਬੀ ਦੇ 2 ਮਾਮਲੇ ਦੇ ਵਿੱਚ ਸ਼ਾਮਲ ਸੀ ਜੋ ਇਲਜ਼ਾਮ ਨੇ ਪਵਿੱਤਰ ਗ੍ਰੰਥ ਦੀ ਚੋਰੀ ਸਮੇਂ ਕਾਰ ਦੇ ਵਿੱਚ ਮੌਜੂਦ ਸੀ। ਤੇ ਉਧਰ ਗੱਲ ਪ੍ਰਦੀਪ ਸਿੰਘ ਦੀ ਕਰੀਏ ਤਾਂ ਬੇਅਦਬੀ ਦੇ ਇੱਕ ਮਾਮਲੇ ਦੇ ਵਿੱਚ ਸ਼ਮੂਲੀਅਤ ਦੱਸੀ ਜਾਂਦੀ ਹੈ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਨ ਵਾਲਿਆਂ ਦੇ ਵਿੱਚ ਸ਼ਾਮਲ ਸੀ। ਮਹਿੰਦਰਪਾਲ ਬਿੱਟੂ ਦੀ ਪਲੈਨਿੰਗ ਦੇ ਉੱਤੇ ਪ੍ਰਦੀਪ ਸਿੰਘ ਪੂਰਾ ਕੰਮ ਕਰ ਰਿਹਾ। ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਿਮਾਚਲ ਦੇ ਵਿੱਚ 12ਵੀਂ ਦੇ ਪੇਪਰ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵੱਡੀ ਖਬਰ ਹੈ ਹਿਮਾਚਲ ਦੇ ਵਿੱਚ ਕਿਉਂਕਿ CBSE ਆਲਰੇਡੀ ਰੱਦ ਕਰ ਚੁੱਕੀ ਹੈ ਆਪਣੇ ਐਗਜ਼ਾਮਸ 12ਵੀਂ ਦੇ। ਇਸ ਦੇ ਨਾਲ ਕਈ ਸੂਬਿਆਂ ਨੇ ਵੀ ਫੈਸਲਾ ਲਿਆ ਹੈ ਤੇ ਹਿਮਾਚਲ ਦੇ ਵਿੱਚ ਵੀ 12ਵੀਂ ਦੇ ਪੇਪਰ ਰੱਦ ਕਰਨ ਦੀ ਤਿਆਰੀ ਹੈ। CBSE ਦੀ ਤਰਜ਼ ਦੇ ਉੱਤੇ ਰੱਦ ਕਰ ਦਿੱਤੇ ਜਾਣਗੇ ਪੇਪਰ ਯਾਨੀ ਕਿ 12ਵੀਂ ਦੇ ਐਗਜ਼ਾਮਸ ਹਿਮਾਚਲ ਬੋਰਡ ਵੀ ਨਹੀਂ ਲਵੇਗਾ। ਇਹ ਤਿਆਰੀ ਹੈ ਹਾਲਾਂਕਿ ਆਫੀਸ਼ੀਅਲ ਤੌਰ ਦੇ ਉੱਤੇ ਇਸ ਦਾ ਐਲਾਨ ਹੋਣਾ ਜੇ ਬਾਕੀ ਹੈ। ਹਿਮਾਚਲ ਦੇ ਵਿੱਚ 12ਵੀਂ ਦੇ ਵਿਦਿਆਰਥੀ ਪ੍ਰਮੋਟ ਹੋਣਗੇ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦੇ ਸੰਕੇਤ ਦਿੱਤੇ ਨੇ। ਕੈਬਨਿਟ ਮੀਟਿੰਗ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਇਸ ਦੇ ਉੱਤੇ ਫੈਸਲਾ ਹੋ ਸਕਦਾ ਹੈ। ਰਸਮੀ ਤੌਰ ਦੇ ਉੱਤੇ ਸਿੱਖਿਆ ਵਿਭਾਗ ਤੋਂ ਫੀਡਬੈਕ ਲਈ ਜਾ ਰਹੀ ਹੈ। ਇਹ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ। ਵੱਡੀ ਖਬਰ ਹੈ ਕਿਉਂਕਿ CBSE ਨੇ ਰੱਦ ਕਰ ਦਿੱਤਾ ਹੈ। MP ਸਰਕਾਰ ਨੇ ਮੱਧ ਪ੍ਰਦੇਸ਼ ਦੀ ਸਰਕਾਰ ਨੇ 12ਵੀਂ ਦੇ ਪੇਪਰ ਨਹੀਂ ਲੈਣੇ ਰੱਦ ਕਰ ਦਿੱਤੇ ਨੇ ਤੇ ਖਾਸ ਤੌਰ ਤੇ ਜਿਹੜੇ BJP ਸਿਆਸਤ ਸੂਬੇ ਨੇ ਉਹਨਾਂ ਦੇ ਵਿੱਚ ਤਾਂ ਲੱਗ ਰਿਹਾ ਕਿ ਇੰਪਲੀਮੈਂਟ ਫੌਰੀ ਤੌਰ ਦੇ ਉੱਤੇ ਹੋ ਜਾਏਗਾ। ਹਿਮਾਚਲ ਦੇ ਵਿੱਚ BJP ਦੀ ਸਰਕਾਰ ਹੈ। ਇਸ ਤਰੀਕੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਜਿਹੜਾ ਇਹ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਰਸਮੀ ਤੌਰ ਤੇ ਐਲਾਨ ਹੋਣਾ ਜੇ बाकी। CBSE ने निर्णय लिया प्रधानमंत्री जी की बैठक के पश्चात बोर्ड की
जो परीक्षाएं जो जिस प्रकार से वहाँ पर उन्होंने CBSE की जो परीक्षाएं जो है उन्होंने रद्द की। जहाँ तक हिमाचल प्रदेश बोर्ड की बात है उसी तर्ज पर हम आगे सारी चीज़ों को देख रहे हैं, क्योंकि अभी तक बोर्ड के एग्ज़ाम कंडक्ट करने के लिए कोविड के कारण जो सिचुएशन हमारे सामने है वो स्थिति नहीं है। ऐसी सूरत में निर्णय तो अंतिम हम इस सिलसिले में 5 तारीख को कैबिनेट की बैठक में लेंगे, लेकिन फिर भी उसके बावजूद इस दिशा में हम आगे बढ़ रहे हैं। तो मुझे लगता है कि अब थोड़ा फीडबैक भी ले रहे हैं डिपार्टमेंट से भी, एजुकेशन डिपार्टमेंट से भी, और आज मैंने एजुकेशन सेक्रेटरी और साथ दूसरे अधिकारियों के साथ बातचीत की है और उसके बाद अगला निर्णय हम कैबिनेट की बैठक में करेंगे। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ, ਜੋ ਕਿ ਇਸ ਸਮੇਂ 'ਚ ਜਦੋਂ ਹਰ ਇਨਸਾਫ ਸਿਰਫ ਆਪਣੇ ਤੱਕ ਹੀ, ਇਨਸਾਨ ਆਪਣੇ ਤੱਕ ਹੀ ਮਰਹੂਮ ਹੈ, ਖੁਦ ਤੋਂ ਸਿਵਾ ਕੁਝ ਸੁਝਦਾ ਨਹੀਂ। ਅਜਿਹੇ ਸਮੇਂ 'ਚ ਕੁਝ ਲੋਕ ਅਜਿਹੇ ਵੀ ਨੇ ਜੋ ਆਪਣਾ ਛੱਡ ਵਾਤਾਵਰਨ ਦਾ ਸੋਚ ਰਹੇ ਨੇ। ਇਹਨਾਂ ਦੇ ਵਿੱਚੋਂ ਹੀ ਇੱਕ ਸਮਰਾਲਾ ਦੀ ਸੰਸਥਾ ਹੈ ਜੋ ਬੂਟੇ ਲਗਾ ਕੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਤੇ ਸਵੱਛ ਰੱਖਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ। ਸਮਰਾਲਾ ਦਾ ਇਹ ਰੇਲਵੇ ਸਟੇਸ਼ਨ ਅੱਜ ਤੋਂ ਕੁਝ ਸਾਲ ਪਹਿਲਾਂ ਇੰਨਾ ਹਰਿਆ ਭਰਿਆ ਨਹੀਂ ਸੀ। ਸਟੇਸ਼ਨ ਦੇ ਆਸ-ਪਾਸ ਦੀ ਥਾਂ ਖਾਲੀ ਪਈ ਸੀ, ਪਰ ਅੱਜ ਨਜ਼ਾਰਾ ਕੁਝ ਹੋਰ ਹੈ। ਵੀਰਾਨ ਪਈ ਥਾਂ ਅੱਜ ਹਰੇ ਭਰੇ ਬੂਟਿਆਂ ਦੇ ਨਾਲ ਹਰੀ ਹੋਈ ਹੈ। ਸਮਰਾਲਾ ਸਟੇਸ਼ਨ ਦੇ ਆਸ-ਪਾਸ ਦਾ ਨਜ਼ਾਰਾ ਕਿਸੇ ਮਿੰਨੀ ਜੰਗਲ ਤੋਂ ਘੱਟ ਨਹੀਂ ਹੈ। ਇਹ ਕੰਮ ਕਰ ਦਿਖਾਇਆ ਸਮਰਾਲਾ ਦੇ ਹਾਕੀ ਕਲੱਬ ਨੇ। ਇਹ ਸੰਸਥਾ ਇੱਥੇ ਕਰੀਬ 1 ਲੱਖ ਬੂਟਾ ਲਗਾ ਚੁੱਕੀ ਹੈ। ਨਾ ਸਿਰਫ ਬੂਟੇ ਲਗਾਏ ਨੇ, ਬਲਕਿ ਇਹਨਾਂ ਦੀ ਪੂਰੀ ਸਾਂਭ ਸੰਭਾਲ ਵੀ ਕੀਤੀ ਜਾਂਦੀ ਹੈ। ਇਸ ਸੰਸਥਾ ਦੇ ਵੱਲੋਂ ਉਹ ਬੂਟੇ ਵੀ ਲਗਾਏ ਗਏ ਨੇ ਜੋ ਪੰਜਾਬ 'ਚ ਅਲੋਪ ਹੋ ਚੁੱਕੇ ਨੇ ਜਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ। ਜੰਗਲ ਲਾਉਣ ਦਾ ਕਨਸੈਪਟ ਇਦਾਂ ਸੀਗਾ ਜੀ, ਕਿਉਂਕਿ ਜਿਹੜੇ ਪੰਛੀ ਨੇ ਉਹ ਜ਼ਿਆਦਾਤਰ ਝੁੰਡ 'ਚ ਰਹਿੰਦੇ ਆ, ਕਿਉਂਕਿ ਪੰਛੀ ਸਾਡੇ ਲੋਪ ਹੋ ਰਹੇ ਨੇ। ਜੇ ਹੁਣ ਦਰਖਤਾਂ ਦਾ ਝੁੰਡ ਹੋਊਗਾ ਤਾਂ ਪੰਛੀ ਉੱਤੇ ਆਪਣੇ ਆਪ ਵੱਧ ਜਾਣਗੇ ਜੀ। ਆਪਣੇ ਕੋਈ ਝੁੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ। ਕਿੱਕਰ ਵੇਰੀਆਂ ਹੋਣਗੀਆਂ, ਝੁੰਡ ਹਰ ਤਰ੍ਹਾਂ ਦਰਖਤ ਉਹਦੇ ਵਿੱਚ ਸ਼ਿਕਾਰੀ ਪੰਛੀ ਨਹੀਂ ਵੜ ਸਕੂਗਾ। ਇਸ ਲਈ ਅਸੀਂ ਸੋਚਿਆ ਵੀ ਪੰਛੀਆਂ ਲਈ ਹੀ ਇੱਕ ਜੰਗਲ ਵੀ ਲਾਇਆ ਜਾਵੇ। ਸੋ ਸਾਡਾ ਜੰਗਲ ਲਾਉਣ ਦਾ ਇੱਥੋਂ ਹੀ ਸ਼ੁਰੂ ਹੈ। ਇਸ ਸੰਸਥਾ ਦੇ ਮੈਂਬਰ ਨਾ ਸਿਰਫ ਖੁਦ ਬੂਟੇ ਲਗਾਉਂਦੇ ਨੇ, ਸਗੋਂ ਆਮ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਨੇ। ਸੰਸਥਾ ਦੇ ਵੱਲੋਂ ਘਰਾਂ 'ਚ ਲਗਾਉਣ ਦੇ ਲਈ ਮੁਫਤ ਬੂਟੇ ਵੀ ਦਿੱਤੇ ਜਾਂਦੇ ਨੇ। ਸਾਡਾ ਸਮਰਾਲਾ ਹਾਕੀ ਕਲੱਬ ਹੈ ਜੀ। ਤਕਰੀਬਨ ਅਸੀਂ 1 ਲੱਖ ਦੇ ਕਰੀਬ ਬੂਟਾ ਲਗਾ ਕੇ ਉਹਦੀ ਸੰਭਾਲ ਹੋ ਰਹੀ ਹੈ। ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ ਅਸੀਂ ਲਾਏ ਨੇ। ਜਿੰਨੀਆਂ ਖਾਲੀ ਜਗ੍ਹਾ ਪਈਆਂ ਹੁੰਦੀਆਂ ਸੀਗੀਆਂ, ਹੁਣ ਹਾਈਵੇ ਦੇ ਨਾਲ ਵੀ ਅਸੀਂ ਲਗਾ ਰਹੇ ਹਾਂ। ਅਤੇ ਉਹਦੇ ਤੋਂ ਬਿਨਾਂ ਹੁਣ ਅਸੀਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਆ, ਘਰ ਘਰ ਫਰੂਟ। ਉਹ ਵੀ ਅਸੀਂ ਹੁਣ ਹਰ ਘਰ ਦੇ ਅੰਦਰ ਜਿਨ੍ਹਾਂ ਕੋਲ ਜਿੰਨੀ ਜਗ੍ਹਾ ਹੈ, 1 ਬੂਟੇ ਦੀ ਆ, 2 ਬੂਟੇ ਦੀ ਆ, ਫਲਦਾਰ ਬੂਟੇ ਅਸੀਂ ਉਹ ਲਗਾ ਰਹੇ ਹਾਂ। ਵਾਤਾਵਰਣ ਦੀ ਸੰਭਾਲ ਲਈ ਕੀਤੇ ਕੰਮਾਂ ਕਰਕੇ ਸੰਸਥਾ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਨੇ। ਨਾਲ ਹੀ ਸਰਕਾਰਾਂ ਨੂੰ ਵੀ ਅਪੀਲ ਕਰਦੇ ਨੇ ਕਿ ਉਹ ਵਾਤਾਵਰਣ ਦੀ ਸੰਭਾਲ ਦੀਆਂ ਨੀਤੀਆਂ ਵੱਲ ਧਿਆਨ ਦੇਵੇ। ਮੈਂ ਹਰ ਇੱਕ ਨੂੰ ਇਹੀ ਕਹੂੰਗਾ ਭਾਈ, ਜਿੰਨੇ ਵੀ ਇਨਸਾਨ ਅੱਗੇ ਇੱਕ ਮੁਹਾਵਰਾ ਸੀਗਾ ਚੱਲਿਆ, ਤੁਸੀਂ ਹਰ ਮਨੁੱਖ ਲਾਵੇ 1 ਰੁੱਖ, ਲੇਕਿਨ ਹੁਣ ਹਰ ਇੱਕ ਬੰਦੇ ਨੂੰ ਘੱਟੋ ਘੱਟ 4-4 5-5 ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਪੈਣੀ ਹੈ, ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਸਹੀ ਸਲਾਮਤ ਪੈਦਾ ਹੋਵੇ, ਨਿਰੋਗ ਜ਼ਿੰਦਗੀ ਜੀਵੇ। ਅੱਜ ਦੇ ਸਮੇਂ 'ਚ ਜਦੋਂ ਪ੍ਰਦੂਸ਼ਣ ਗੰਭੀਰ ਸਮੱਸਿਆ ਬਣਿਆ ਹੋਇਆ, ਲੋਕਾਂ ਨੂੰ ਸਾਫ਼ ਹਵਾ ਤੱਕ ਨਸੀਬ ਨਹੀਂ ਹੋ ਰਹੀ। ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਚੁੱਕੇ ਜਾ ਰਹੇ ਕਦਮ ਕਾਫੀ ਸ਼ਲਾਘਾਯੋਗ ਨੇ। ਆਮ ਲੋਕ ਵੀ ਹਾਕੀ ਕਲੱਬ ਦੇ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਖੂਬ ਤਾਰੀਫ ਕਰਦੇ ਨਹੀਂ ਥੱਕਦੇ। ਸਮਰਾਲਾ ਤੋਂ ਗੁਰਦੀਪ ਦੀ ਰਿਪੋਰਟ, ਨਿਊਜ਼ 18।